ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਦੋਸਤੋ, ਅੱਜ ਇਹ ਲਾਈਵ ਦੇ ਵਿੱਚ ਨਾ ਆਪਾਂ ਜਿਹੜਾ ਡਿਸਕਸ ਕਰਨਾ, ਪਿਛਲੇ ਕਾਫੀ ਦੇਰ ਤੋਂ ਆਪਾਂ ਇੱਕ ਹੀ ਚੀਜ਼ ਕਹਿ ਰਹੇ ਹਾਂ ਕਿ ਕੁਛ ਦਿੱਕਤਾਂ ਜਿਹੜੀਆਂ ਹੈਗੀਆਂ, ਕੁਛ ਮਿਸਿੰਗ ਲਿੰਕਸ ਜਿਹੜੇ ਇਸ ਕਰਫਿਊ ਦੇ ਦੌਰਾਨ ਹੈਗੇ ਨੇ, ਉਹ ਪੂਰੇ ਕਰਨ ਦੀ ਬਹੁਤ ਜ਼ਰੂਰਤ ਹੈ। ਅੱਜ ਨਿਊਜ਼ ਚੈਨਲਸ 'ਤੇ ਵੀ ਤੁਸੀਂ ਦੇਖ ਪਾ ਰਹੇ ਹੋ ਵੀ ਆਹੀ ਚੀਜ਼ ਨੂੰ ਲੈ ਕੇ ਕਈ ਜਾਣੇ ਸ਼ਿਕਾਇਤ ਕਰ ਰਹੇ ਆ। ਜਿਹੜੇ ਸਿਵਲੀਅਨਸ ਨੇ ਉਹਨਾਂ ਦੀਆਂ ਅੱਡ ਦਿੱਕਤਾਂ ਨੇ, ਅਫੀਸ਼ੀਅਲਸ ਵਿਚਾਰੇ ਉਹਨਾਂ ਦੀਆਂ ਅੱਡ ਦਿੱਕਤਾਂ ਆ ਰਹੀਆਂ ਨੇ। ਸੋ ਬਹੁਤ ਦੇਰ ਤੋਂ ਅਸੀਂ ਈਵਨ ਜਦੋਂ ਆਪਣੀ ਇੰਟਰਵਿਊ ਵੀ ਕਈ ਮੀਡੀਆ ਚੈਨਲਸ ਨੇ ਲਈ ਆ, ਉਹ ਉੱਥੇ ਵੀ ਅਸੀਂ ਆਹੀ ਚੀਜ਼ ਆਪਾਂ ਆਖੀ ਸੀ ਕਿ ਕਰਫਿਊ ਆਫ ਵਾਰ ਦੀ ਬਜਾਏ ਕਰਫਿਊ ਆਫ ਪੈਂਡੈਮਿਕ ਦੀ ਜ਼ਰੂਰਤ ਹੈ। ਅਤੇ ਉਹਦੇ ਲਈ ਕੁਛ ਜ਼ਿਆਦਾ ਨਹੀਂ, ਕਿਉਂਕਿ ਫੀਲਡ ਦੇ ਵਿੱਚ ਐਕਸਪੋਜ਼ਰ ਹੋਣ ਕਰਕੇ ਜੋ ਸਮਾਜ ਸੇਵੀ ਜਾਂਦੇ ਆ ਫੀਲਡ 'ਤੇ, ਦੇਖਦੇ ਆ ਉਹਨਾਂ ਝੁੱਗੀਆਂ, ਉਹਨਾਂ ਬਸਤੀਆਂ ਦੇ ਵਿੱਚ ਜਾ ਰਹੇ ਆ। ਸਾਡਾ ਫਰਜ਼ ਬਣਦਾ ਅਸੀਂ ਉਹ ਚੀਜ਼ ਪ੍ਰਸ਼ਾਸਨ ਨਾਲ ਵੀ ਅਤੇ ਆਵਾਮ ਨਾਲ ਵੀ ਸ਼ੇਅਰ ਕਰੀਏ। ਅਤੇ ਜਿਹੜੇ ਉਹ ਮਿਸਿੰਗ ਲਿੰਕਸ ਨੇ ਉਹ ਪੂਰੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਧਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਛੋਟੀਆਂ ਜਿਹੀਆਂ ਗੱਲਾਂ ਆਪਾਂ ਬਾਰ-ਬਾਰ ਆਖ ਰਹੇ ਹਾਂ। ਦੇਖੋ, ਸਾਡਾ ਫਰਜ਼ ਹੈ ਅਸੀਂ ਇੱਕ ਚੀਜ਼ ਜਿੱਥੇ ਸਾਨੂੰ ਕਮੀ ਲੱਗਦੀ ਹੈ, ਜਿੱਥੇ ਸਾਨੂੰ ਲੱਗਦਾ ਵੀ ਜ਼ਿਆਦਾ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਹੋ ਸਕਦੀ ਹੈ, ਅਸੀਂ ਉਹ ਚੀਜ਼ ਉੱਥੇ ਮੈਂਸ਼ਨ ਕਰਨੀ ਆਪਣੀ ਫਰਜ਼ ਸਮਝਦੇ ਹਾਂ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਰਫਿਊ ਆਫ ਪੈਂਡੈਮਿਕ ਦੀ ਜ਼ਰੂਰਤ ਹੈ, ਨਾ ਕਿ ਕਰਫਿਊ ਆਫ ਵਾਰ, ਹੈ ਨਾ। ਦੈਨ ਉਹਦੇ ਵਿੱਚ ਦਿੱਕਤਾਂ ਜਿਹੜੀਆਂ ਹੈਗੀਆਂ, ਸਭ ਤੋਂ ਪਹਿਲਾਂ ਆਪਾਂ ਇਹ ਲਾ ਕੇ ਚੱਲੀਏ ਸੋਸ਼ਲ ਡਿਸਟੈਂਸਿੰਗ। ਜਿਵੇਂ ਸਾਰੀ ਦੁਨੀਆ ਜਾਣਦੀ ਹੈ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਪੈਂਡੈਮਿਕ ਦੇ ਵਿੱਚ, ਅਤੇ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਇੰਡੀਆ ਬਹੁਤ ਸਕਸੈਸਫੁਲ ਵੀ ਰਿਹਾ। ਇੱਕ ਹਿਸਟੋਰਿਕ ਲੋਕਡਾਊਨ ਜੋ ਇੰਡੀਆ ਨੇ ਕੀਤਾ। ਹੁਣ ਨੈਕਸਟ ਜੋ ਸਾਨੂੰ ਸਟ੍ਰੈਟਜੀਜ਼ ਦੀ ਜ਼ਰੂਰਤ ਹੈ ਉਹ ਇਹ ਹੈਗੀ ਹੈ ਕਿ ਲੋਕਡਾਊਨ ਤਾਂ ਕਰ ਲਿਆ, ਉਸ ਤੋਂ ਬਾਅਦ ਕੀ? ਜਿਹੜੇ ਲੋਕ ਸੜਕਾਂ 'ਤੇ ਜਾ ਰਹੇ ਨੇ, ਮੇਜਰਲੀ ਜਿਹੜੇ ਮਾਸਸ ਹੈਗੇ ਨੇ, ਉਹ ਖਾਣਾ ਜਾਂ ਦਵਾਈ ਲੈਣ ਜਾ ਰਹੇ ਹੈ। ਅਸੀਂ ਜਾਣਦੇ ਹਾਂ ਕਿ ਸਾਡੇ 125 ਕਰੋੜ ਲੋਕਾਂ ਨੂੰ ਅਸੀਂ ਉਹਨਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਦੇ ਸਕਦੇ। ਇਹ ਚੀਜ਼ ਜਿਹੜੀ ਹੈ, ਇਸ ਤੋਂ ਸਾਰੇ ਤੁਸੀਂ ਵਾਕਫ ਹੋ ਵੀ ਜੇ ਪਹਿਲਾਂ ਨਹੀਂ ਅਸੀਂ ਢਿੱਡ ਭਰ ਸਕੇ ਉਹਨਾਂ ਦੇ, ਬਹੁਤ ਔਖਾ ਹੈ। ਨਾ ਇਹਨੇ ਫੋਰਸਿਸ ਦੀ ਜਿਹੜੀ ਕਹਿ ਲਓ ਵੀ ਭਰਤੀ ਕਹਿ ਲਓ, ਜਾਂ ਕਹਿ ਲਓ ਵੀ ਉਹਨਾਂ ਦੀ ਕੁਆਂਟਿਟੀ ਇੰਨੀ ਜ਼ਿਆਦਾ ਹੈ ਕਿ ਵੀ ਅਸੀਂ ਸਾਰਿਆਂ ਨੂੰ ਜਿਹੜਾ ਦੇਖ ਸਕੀਏ, ਹੈਂਡਲ ਕਰ ਪਾਈਏ। ਬਹੁਤ ਔਖੀ ਚੀਜ਼ ਹੈ 125 ਕਰੋੜ ਨੂੰ। ਪਹਿਲੀ ਗੱਲ ਤਾਂ ਇੱਕ ਚੀਜ਼ ਤਾਂ ਆਪਾਂ ਹਿਸਟੋਰਿਕ ਕਰ ਲਈ, ਲੋਕਡਾਊਨ ਕਰ ਲਿਆ, ਠੀਕ ਹੈ। ਉਹਨਾਂ ਨੂੰ ਘਰੇ, ਉਹਨਾਂ ਬਸਤੀਆਂ, ਉਹਨਾਂ ਨਗਰਾਂ ਦੇ ਵਿੱਚ, ਭੋਰਾ ਗਲੀਆਂ ਦੇ ਵਿੱਚ, ਪਿੰਡਾਂ ਦੇ ਵਿੱਚ, ਹੈ ਨਾ, ਕਈ ਬਹੁਤ ਪਿਛੜੇ ਹੋਏ ਇਲਾਕੇ ਹੈ, ਉੱਥੇ ਅਸੀਂ ਉਹਨਾਂ ਦੇ ਘਰਾਂ ਤੱਕ ਰੋਟੀ ਪਹੁੰਚਾਉਣੀ, ਇਹ ਬਹੁਤ ਜ਼ਿਆਦਾ ਟਫ, ਈਵਨ ਕਹਿਣ ਦੇ ਵਿੱਚ ਵੀ ਇਹ ਚੀਜ਼ ਟਫ ਹੈ, ਪਰ ਇਹ ਜ਼ਰੂਰੀ ਵੀ ਹੈ। ਹੁਣ ਸੋਸ਼ਲ ਡਿਸਟੈਂਸਿੰਗ 'ਚ ਅਸੀਂ ਤਾੜ ਤਾਂ ਦਿੱਤੇ ਲੋਕ, ਪਰ ਹੁਣ ਉਹ ਦਵਾਈ 'ਤੇ ਜਦੋਂ ਰੋਟੀ ਲੈਣ ਜਾਂਦੇ ਆ, ਇੱਕ ਤਾਂ ਇਹ ਦਿੱਕਤ ਆ ਰਹੀ, ਆਮ ਸੌਰੀ ਇਹਨਾਂ ਲਈ। ਅਤੇ ਇਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਆਹੀ ਬੇਨਤੀ ਕੀਤੀ ਸੀ ਕਿ ਹਜੇ ਵੀ ਬਹੁਤ ਬਿਹਤਰ ਹੋਊਗਾ ਕਿ ਇਹਨਾਂ ਕਰਕੇ ਹਜੇ ਵੀ ਬਹੁਤ ਬਿਹਤਰ ਹੋਊਗਾ ਕਿ ਪਿੰਡ, ਨਗਰ ਦੇ ਵਿੱਚ ਆਪਾਂ ਐਟਲੀਸਟ ਇੱਕ ਜਗ੍ਹਾ 'ਤੇ, ਚਾਹੇ ਸ਼ੈੱਡ ਪਾ ਕੇ, ਚਾਹੇ ਕਿਸੇ ਵੱਡੇ ਡਿਪਾਰਟਮੈਂਟਲ ਸਟੋਰ ਨਾਲ ਕਰਕੇ, ਜਿੱਥੇ ਹੁਣ ਵੱਡੇ ਡਿਪਾਰਟਮੈਂਟਲ ਸਟੋਰ ਕਹਿੰਦੇ ਆ ਜੀ ਸਾਡੇ ਕੋਲ ਸਪਲਾਈ ਨਹੀਂ ਆ ਰਹੀ, ਛੋਟੇ ਕਹਿ ਰਹੇ ਆ ਸਾਡੇ ਕੋਲ ਜੀ ਸਪਲਾਈ ਪਈ ਹੈ, ਪਰ ਸਾਡੇ ਨੰਬਰ ਨਹੀਂ ਦਿੱਤੇ ਗਏ ਲੋਕਾਂ ਨੂੰ, ਸਾਡਾ ਸਮਾਨ ਪਿਆ ਖਰਾਬ ਹੋ ਰਿਹਾ। ਵੱਡੇ ਕਹਿ ਰਹੇ ਆ ਜੀ ਸਾਡਾ ਮੁੱਕ ਚੁੱਕਿਆ। ਇਹ ਚੀਜ਼ ਮੈਨੇਜ ਇੱਦਾਂ ਹੋ ਸਕਦੀ ਹੈ। ਵੱਡੇ ਜਿਹੜੇ ਹੈ ਜਿਨ੍ਹਾਂ ਕੋਲ ਸਪਲਾਈ ਖਤਮ ਹੈ, ਛੋਟਿਆਂ ਦਾ ਮਾਲ ਜੇ ਉਹਨਾਂ ਤੱਕ ਪਹੁੰਚਾਇਆ ਜਾਵੇ, ਇੱਕ ਜਣੇ ਦਾ ਹੀ ਬੇਸ਼ੱਕ ਤੁਸੀਂ ਨੰਬਰ ਦੇ ਦਿਓ, ਸੋ ਦੈਟ ਇਹ ਹੈ ਵੀ ਨਾ ਤਾਂ ਛੋਟਾ ਦੁਕਾਨਦਾਰ ਮੰਜਿਆ ਜਾਵੇ, ਨਾ ਉਹਦਾ ਸਮਾਨ ਪਿਆ ਖਰਾਬ ਹੋਵੇ, ਅਤੇ ਵੱਡੇ ਕੋਲ ਹੈ ਜਿਹੜੀ ਸਪਲਾਈ ਮੁੱਕੇ ਨਾ ਹਰੇਕ ਦਾ ਘਰ, ਤਾਂ ਕਿ ਉਹਨਾਂ ਦਾ ਵੀ ਦੁਕਾਨਦਾਰਾਂ ਦਾ ਚੱਲ ਜਾਵੇ। ਅਤੇ ਲੋਕਾਂ ਨੂੰ
ਤੁਸੀਂ ਮਹੱਲਿਆਂ ਦੇ ਵਿੱਚੋਂ ਇੱਕ ਇੱਕ ਪਰਿਵਾਰ ਦਾ ਇੱਕ ਇੱਕ ਜੀ, ਚਾਹੇ ਗਲੀਆਂ ਦੇ ਟਾਈਮ ਡਿਵਾਈਡ ਕਰ ਦਿਓ, ਡਿਸਟੈਂਸ 2-2 ਮੀਟਰ ਤੇ ਚਾਹੇ ਖੜ ਕੇ ਵੀ ਇਸ ਘੰਟੇ ਆਹ ਵਾਲੇ ਮਹੱਲੇ ਦੀ ਆਹ ਗਲੀ ਦਾ ਟਾਈਮ ਹੈ, ਇੱਕ ਮਹੱਲੇ ਦੇ ਵਿੱਚ ਇੱਕ ਦੁਕਾਨ ਤਾਂ ਹੋਵੇ ਰਾਸ਼ਨ ਦੀ ਜਿਹੜੀ ਹੈ ਨਾ। ਜੇ ਆਪਾਂ ਲੋਕਾਂ ਨੂੰ ਘਰੇ ਨਹੀਂ ਦੇ ਸਕਦੇ, ਤੁਸੀਂ ਜਿਹੜੇ ਆਪਾਂ ਨੰਬਰ ਵੀ ਹੈਗੇ ਆ ਅਸੀਂ ਖੁਦ ਮਿਲਾ ਕੇ ਦੇਖੇ ਆ, ਉਹਨਾਂ 'ਤੇ ਦਵਾਈ ਕਹਿ ਲਓ, ਰਾਸ਼ਨ ਕਹਿ ਲਓ, ਨਹੀਂ ਪਹੁੰਚ ਪਾ ਰਿਹਾ। ਈਵਨ ਸਾਡੇ ਖੁਦ ਆਪਣੇ ਘਰਾਂ ਤੱਕ ਜਿਹੜਾ ਦਿੱਕਤ ਆ ਜਾਂਦੀ ਹੈ, ਸਮਾਨ ਨਹੀਂ ਮੁਹੱਈਆ ਹੋ ਪਾ ਰਿਹਾ। ਸੋ ਇੰਪੋਸੀਬਲ ਜੀ ਇਹ ਚੀਜ਼ ਹੈਗੀ ਹੈ ਵੀ ਜੇ ਆਪਾਂ ਕਹੀਏ ਵੀ ਹਰੇਕ ਨੂੰ ਘਰ ਬੈਠਿਆਂ ਨੂੰ ਉਹ ਚੀਜ਼ ਮਿਲ ਜੇ, ਕਿਉਂਕਿ ਕਈ ਜਿਹੜੇ ਕਹਿ ਲਓ ਵੀ ਪੂਅਰ ਮਾਸਸ ਨੇ, ਉਹ ਸੋਸ਼ਲ ਮੀਡੀਆ 'ਤੇ ਹੈ ਨਹੀਂ, ਉਹਨਾਂ ਨੂੰ ਨਹੀਂ ਪਤਾ ਵੀ ਕਿਹੜੇ ਡਿਪਾਰਟਮੈਂਟਲ ਸਟੋਰ ਦਾ ਨੰਬਰ ਇਸ ਟਾਈਮ ਔਨਲਾਈਨ ਅਪੀਅਰ ਹੋ ਰਿਹਾ, ਉਹ ਫੇਸਬੁੱਕਾਂ 'ਤੇ ਹੈ ਨਹੀਂ। ਸੋ ਐਟਲੀਸਟ ਮੁਹੱਲੇ ਦੇ ਵਿੱਚ ਜਾਂ ਉਸ ਪਿੰਡ ਦੇ ਵਿੱਚ ਦੁਕਾਨ ਦਾ ਤਾਂ ਸਾਰਿਆਂ ਨੂੰ ਪਤਾ ਵੀ ਉੱਥੋਂ ਰੋਟੀ ਮਿਲ ਜਾਂਦੀ ਹੈ। ਸੋ ਜੇ ਅਸੀਂ ਘਰਾਂ ਤੱਕ ਨਹੀਂ ਪਹੁੰਚਾ ਪਾ ਰਹੇ ਤਾਂ ਇਹ ਹੈ ਕਿ ਉਹ ਇੱਕ ਦੁਕਾਨ ਐਟਲੀਸਟ ਖੋਲ੍ਹ ਦਿੱਤੀ ਜਾਵੇ ਜਾਂ ਇੱਕ ਜਗ੍ਹਾ 'ਤੇ ਰਾਸ਼ਨ ਰੱਖ ਦਿੱਤਾ ਜਾਵੇ, ਤਾਂ ਕਿ ਲੋਕ ਉੱਥੋਂ ਜਾ ਕੇ ਸਪਲਾਈ ਮੁੱਕੇ ਨਾ ਛੋਟੇ ਦੁਕਾਨਦਾਰਾਂ ਦਾ ਉਹਨਾਂ ਕੋਲ ਸਮਾਨ ਆ ਜਾਵੇ, ਉਹਨਾਂ ਦਾ ਵੀ ਵਿਕ ਜੂ, ਵੱਡਿਆਂ ਕੋਲ ਵੀ ਖਾਲੀ ਨਹੀਂ ਰਹੂਗਾ ਅਤੇ ਲੋਕਾਂ ਨੂੰ ਵੀ ਖਾਣਾ ਮਿਲ ਜੂਗਾ। ਹੁਣ ਅੱਜ ਵੀ ਸਾਨੂੰ ਕਈ ਫੋਨ ਆਏ ਨੇ ਜਿੱਥੇ ਐਸੇ ਪਿਛੜੇ ਇਲਾਕਿਆਂ 'ਚੋਂ ਬਸਤੀਆਂ ਨੇ, ਉਹਨਾਂ ਵਿਚਾਰਿਆਂ ਤੱਕ ਕੋਈ ਨਹੀਂ ਗਿਆ। ਉਹ ਦੱਸ ਰਹੇ ਸੀਗੇ ਜਾਂ ਗੁਰਦੁਆਰਾ ਸਾਹਿਬ ਵਾਲਿਆਂ ਨੇ ਸੇਵਾ ਕੀਤੀ, ਉਹ ਕਹਿ ਰਹੇ ਜੀ ਵੀ 2 ਦਿਨ ਹੋ ਗਏ ਅਸੀਂ ਖਿਚੜੀ ਖਾ ਰਹੇ ਹਾਂ, ਹੈ ਨਾ ਵੀ। ਸੋ ਇਹਦੇ ਵਿੱਚ ਵੀ ਕਈ ਲੋਕ ਕਹਿਣਗੇ ਵੀ ਜੀ ਇਹ ਹੈ ਵੀ ਕਈ ਕਹਿ ਰਹੇ ਇਹਨਾਂ ਕੋਲ ਤਾਂ ਜੀ ਬਹੁਤ ਰਾਸ਼ਨ ਹੈ ਵੇਚਦੇ। ਫਿਰ ਦੋਸਤੋ, 5 ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਤੁਸੀਂ ਕਦੇ ਜੇ ਸਾਡੇ ਨਾਲ ਚੱਲੋ, ਤੁਸੀਂ ਦੇਖ ਕੇ ਜੇ ਤੁਹਾਨੂੰ ਇੱਕ ਵੀ ਉਹ ਲੋੜਵੰਦ ਪਰਿਵਾਰ ਦਿਖ ਜੂ ਨਾ, ਉਹਨਾਂ ਦੀਆਂ ਬੇਬਸੀਆਂ ਦਿਖ ਜਾਣਗੀਆਂ, ਤੁਸੀਂ ਭੁੱਲ ਜਾਓਗੇ ਉਹਨਾਂ ਠੱਗਾਂ ਨੂੰ ਵੀ। ਸੋ ਇਹ ਜਿਹੜੀ ਇੱਕ ਮਾਨਸਿਕਤਾ ਅਸੀਂ ਬਣਾ ਲੈਂਦੇ ਹਾਂ ਨਾ ਕਿ ਨਹੀਂ ਜੀ 4-5 ਵੀਡੀਓਜ਼ ਵਾਇਰਲ ਹੋ ਗਈਆਂ ਅਤੇ ਉਹਨਾਂ ਦਾ ਤਾਂ ਰਾਸ਼ਨ ਵਾਧੂ ਸੀ, ਉਹਨਾਂ ਨੇ ਫੜ ਲਿਆ। ਨਹੀਂ, ਜੇ ਚਾਹੇ ਆਪਾਂ ਪਰਮਾਤਮਾ ਕਹਿ ਲਈਏ, ਚਾਹੇ ਆਪਾਂ ਇਨਸਾਨੀਅਤ ਕਹਿ ਲਈਏ, ਜੇ ਮੈਂ ਕਹਿੰਦਾ 99 ਢੋਂਗੀ ਵੀ ਹੋਣ, ਇੱਕ ਵੀ ਜੈਨੂਇਨ ਬੰਦਾ ਹੋਵੇ, ਈਵਨ ਇੰਡੀਆ ਦਾ ਸੰਵਿਧਾਨ ਵੀ ਇਹ ਚੀਜ਼ ਕਹਿੰਦਾ ਵੀ ਉਸ ਜੈਨੂਇਨ ਬੰਦੇ ਨੂੰ ਦਿੱਕਤ ਨਹੀਂ ਆਉਣੀ ਚਾਹੀਦੀ, ਠੀਕ ਹੈ ਨਾ। ਸੋ ਇਹ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਈਆਂ ਨੂੰ ਇਹ ਕਹਿੰਦੇ ਫਿਰਦੇ ਆ ਜੀ ਸੇਵਾ ਬੰਦ ਕਰ ਦਿਓ। ਕਦੇ ਉਹਨਾਂ ਨੂੰ ਦੇਖਿਓ, ਵਿਚਾਰੇ ਜਿਨ੍ਹਾਂ ਕੋਲ ਰਾਸ਼ਨ ਹੈ ਨਹੀਂ, ਜਿਹੜੇ 2 ਦਿਨ ਤੋਂ ਭੁੱਖੇ, ਜਿਨ੍ਹਾਂ ਦੇ ਬੱਚੇ ਬੁਰੇ ਹਾਲ ਦੇ ਵਿੱਚ ਨੇ। ਸੋ ਇੱਕ ਤਾਂ ਇਹ ਮੈਂ ਬੇਨਤੀ ਕਰਨੀ ਚਾਹੂੰਗਾ, ਸਾਰੀਆਂ ਸਮਾਜ ਸੇਵਕ ਸੰਸਥਾਵਾਂ ਦਾ ਤਹਿ ਦਿਲੋਂ ਝੁੱਕ ਕੇ ਸੀਸ ਝੁਕਾ ਕੇ ਸਲਾਮ ਕਰਦੇ ਹਾਂ ਜਿਹੜੇ ਜਾ ਰਹੇ ਹੈ। ਰਹੀ ਗੱਲ ਢੋਂਗੀਆਂ ਦੀ, ਉਹਨਾਂ ਢੋਂਗੀਆਂ ਨੂੰ ਨਾ ਵੇਖੋ, ਇੱਕ ਪਰਿਵਾਰ ਵੀ ਜਿਹੜਾ ਵਿਲਕਦਾ ਰਹਿ ਗਿਆ, ਉਹ ਬਹੁਤ ਔਖਾ ਹੈ ਵਿਚਾਰਾ। ਸੋ ਦੂਜੀ ਚੀਜ਼, ਛੋਟੇ ਦੁਕਾਨਦਾਰ ਇਸ ਟਾਈਮ ਬਹੁਤ ਬੁਰੀ ਤਰ੍ਹਾਂ ਮਰਦੇ ਪਏ ਆ ਸਾਡੇ। ਉਹਦੇ ਲਈ ਕੀ ਹੈ ਵੀ ਇੱਕ ਮੁਹੱਲੇ ਦੇ ਵਿੱਚ ਜਾਂ ਚਾਹੇ ਤੁਸੀਂ ਖਾਲੀ ਥਾਂ 'ਤੇ, ਖੁੱਲ੍ਹੀ ਥਾਂ 'ਤੇ ਉਹਨਾਂ ਦਾ ਸ਼ੈੱਡ ਅਰੇਂਜ ਕਰਕੇ ਉਹ ਸਾਰਾ ਰਾਸ਼ਨ ਉੱਥੇ ਆ ਜਾਏ, ਉਹ ਆਪਣਾ ਉੱਥੋਂ ਵੇਚੀ ਜਾਣ, ਜਾਂ ਕਿਸੇ ਵੱਡੇ ਜਿਹਦਾ ਤੁਸੀਂ ਨੰਬਰ ਦਿੰਦੇ ਪਏ ਹੋ ਜੋ ਕਹਿ ਰਹੇ ਆ ਮੇਰੇ ਕੋਲ ਸਪਲਾਈ ਮੁੱਕ ਗਈ ਹੈ, ਉਹਨਾਂ ਛੋਟੇ ਦੁਕਾਨਦਾਰਾਂ ਦਾ ਉਹ ਵੱਡਿਆਂ ਕੋਲ ਪਹੁੰਚਾ ਦਿਓ, ਤਾਂ ਕਿ ਉਹਨਾਂ ਦੋਨਾਂ ਵੱਡੇ ਦੁਕਾਨਦਾਰ ਅਤੇ ਛੋਟੇ ਡਿਪਾਰਟਮੈਂਟਲ ਸਟੋਰ ਨੇ ਜਿਹੜੇ, ਉਹਨਾਂ ਦੇ ਵੀ ਘਰ ਚੱਲਦੇ ਰਹਿਣ ਅਤੇ ਲੋਕਾਂ ਦੇ ਵੀ ਢਿੱਡ ਹੈ ਜਿਹੜੇ ਭਰਦੇ ਰਹਿਣ। ਗਾਹਾਂ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ, ਬਹੁਤ ਜ਼ਿਆਦਾ ਔਖੀ ਡਿਊਟੀ ਉਹ ਨਿਭਾ ਰਹੇ ਹੈ, 24 ਘੰਟੇ ਦਿਨ ਰਾਤ ਦੀ ਉਹ ਡਿਊਟੀ ਹੈ। ਐਂਡ ਹੁੰਦਾ ਕੀ ਹੈ, ਜਿਵੇਂ ਆਪਾਂ ਪਹਿਲਾਂ ਵੀ ਆਖਿਆ ਸੀ ਵੀ PCR ਗੇੜਾ ਲਾ ਜਾਂਦੀ ਹੈ, ਲੋਕ ਫੇਰ ਇਕੱਠੇ ਹੋ ਜਾਂਦੇ ਨੇ। ਇਹ ਜਿਹੜਾ ਕਰੋਨਾ ਹੈਗਾ ਇਹ ਹਾਈਵੇ 'ਤੇ ਨਹੀਂ ਖੜ੍ਹਦਾ, ਇਹ ਬੇਸਿਕਲੀ ਉਹਨਾਂ ਗਲੀਆਂ ਮੁਹੱਲੇ ਆਂਢੀ ਗਵਾਂਢੀਆਂ ਦੇ ਵਿੱਚ ਹੀ ਹੈ। ਕਿਉਂਕਿ ਅਮਰੀਕਾ ਨੇ ਰੀਸੈਂਟਲੀ ਤੁਸੀਂ ਦੇਖਿਆ ਹੋਣਾ, ਕੱਲ੍ਹ ਆਪਾਂ ਪੇਜ 'ਤੇ ਪੋਸਟ ਵੀ ਸ਼ੇਅਰ ਕੀਤੀ ਸੀ, ਉਹਨਾਂ ਨੇ ਵੈਕਸੀਨੇਸ਼ਨ ਲਈ ਉੱਥੇ ਲੋਕ ਜਦ ਬੁਲਾਉਂਦੇ ਹੈ ਅਤੇ ਟੈਸਟਿੰਗ ਹੁੰਦੀ ਹੈ ਅਤੇ ਉਹ ਦੇਖ ਕੇ ਹੈਰਾਨ ਰਹਿ ਗਏ। ਉਸ ਟੈਸਟਿੰਗ ਦੇ ਦੌਰਾਨ ਪਤਾ ਚੱਲਿਆ ਕਿ ਹੁਣ ਤੱਕ ਜਿੰਨੇ ਨੰਬਰਸ ਕਰੋਨਾ ਦੇ ਉਹਨਾਂ ਕੋਲ ਆਏ ਸੀਗੇ ਉਹ ਤਾਂ ਕੁਛ ਵੀ ਨਹੀਂ ਸੀ। ਜਿਹੜੇ ਨੰਬਰਸ ਲੁਕੇ ਬੈਠੇ ਸੀਗੇ ਉਹ ਬਾਈ ਚਾਂਸ ਉਸ ਵੈਕਸੀਨੇਸ਼ਨ ਕਰਕੇ ਹੁਣ ਜਦੋਂ ਟੈਸਟਿੰਗ ਹੋ ਰਹੀ ਹੈ, ਆਵਾਮ ਬਾਹਰ ਆਈ ਹੈ ਘਰਾਂ ਤੋਂ, ਜਿੰਨੇ ਹੁਣ ਉਹ ਵੱਧ ਗਏ ਨੇ। ਇਹ ਵੀ ਗੱਲ ਹੈ ਐਂਡ ਇਸ ਚੀਜ਼ 'ਤੇ ਵੀ ਗੌਰ ਕਰਨਾ ਬਹੁਤ ਜ਼ਰੂਰੀ ਹੈ। ਸੋ
ਤੁਸੀਂ ਇੰਨੀ ਸਾਡੇ ਅਫਸਰ ਮਿਹਨਤ ਕਰਦੇ ਪਏ ਆ, ਦਿਨ ਰਾਤ ਇੱਕ ਕਰਦੇ, ਉਹਨਾਂ ਵਿਚਾਰਿਆਂ ਦੇ ਪਰਿਵਾਰ ਵੀ ਆ, ਉਹ ਵਿਚਾਰੇ ਆਪਾਂ ਹੁਣੀ ਰੀਸੈਂਟਲੀ ਦੇਖਿਆ ACP ਸਾਹਿਬ ਹੈ ਨਾ, ਉਹ ਉਹਨਾਂ ਦੀ ਡੈਥ ਵੀ ਹੋ ਗਈ ਸਰਵ ਕਰਦੇ ਕਰਦੇ ਸੁਸਾਇਟੀ ਨੂੰ। ਅਤੇ ਉੱਥੇ ਵੀ ਇਹ ਜ਼ਰੂਰੀ ਹੈ ਕਿ ਉਹਨਾਂ ਦਾ ਵੀ ਖਿਆਲ ਇਸ ਤਰ੍ਹਾਂ ਰੱਖਿਆ ਜਾਵੇ, ਸਾਰਿਆਂ ਦਾ ਰਲਵਾਂ ਮਿਲਵਾਂ ਯੋਗਦਾਨ ਚਾਹੀਦਾ, ਪਬਲਿਕ ਦਾ ਵੀ ਸਾਥ ਦੇਣਾ ਬਣਦਾ। ਜੇ ਉਹ ਖੁਦ ਨਹੀਂ ਸੋਸ਼ਲ ਡਿਸਟੈਂਸਿੰਗ ਕਰ ਸਕਦੇ, ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਪਿੰਡ ਜਾਂ ਹਰ ਮੁਹੱਲੇ ਦੇ ਵਿੱਚ ਕਾਉਂਸਲਰ ਨੂੰ ਕਹਿ ਕੇ ਜਿਹੜਾ ਯੂਥ ਹੈ ਉਹਨਾਂ ਨੂੰ ਤੁਸੀਂ ਵੋਲੰਟੀਅਰਲੀ ਅਪੁਆਇੰਟ ਕਰੋ, ਤਾਂ ਕਿ ਜਦੋਂ PCR ਦੀ ਗੱਡੀ ਜਾਂਦੀ ਹੈ ਉਹ ਵੋਲੰਟੀਅਰਸ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ, ਪਿਆਰ ਨਾਲ, ਸੈਲਫ ਪੁਲਿਸਿੰਗ ਨਹੀਂ, ਕੋਈ ਡਾਂਗ ਸੋਟਾ ਨਹੀਂ, ਉਹਨਾਂ ਨੂੰ ਜਸਟ ਇੱਕ ਰਿਕੁਐਸਟ ਕਰਨ ਕਿ ਜੀ ਪਲੀਜ਼ ਡਿਸਟੈਂਸ 'ਤੇ, ਕਿਉਂਕਿ ਤੁਹਾਡੀ ਮਿਹਨਤ ਵੀ ਜਿਹੜੀ ਹੈਗੀ ਹੈ ਜ਼ਾਇਆ ਨਹੀਂ ਹੋਊਗੀ। ਐਂਡ ਜਿਹੜਾ ਯੂਥ ਪੰਜਾਬ ਦਾ ਬਹੁਤ ਐਨਰਜੈਟਿਕ ਹੈ, ਉਹ ਤੁਹਾਡੇ ਨਾਲ ਹਰ ਜਗ੍ਹਾ 'ਤੇ, ਸਾਨੂੰ 12 ਸਾਲ ਹੋ ਗਏ ਯੂਥ ਨਾਲ ਇੰਟਰੈਕਟ ਕਰਦੇ ਨੂੰ। ਇਹੋ ਜਿਹਾ ਵੀ ਯੂਥ ਹੈ ਜੋ ਇਹ ਕਹਿੰਦਾ ਸਾਨੂੰ ਤਨਖਾਹ ਵੀ ਨਾ ਦਿਓ, ਵਰਦੀ ਵੀ ਨਾ ਦਿਓ, ਸਾਨੂੰ ਵਿਹਲੇ ਬੈਠੇ ਘੱਟੋ ਘੱਟ ਕੋਈ ਚੰਗੀ ਜ਼ਿੰਮੇਵਾਰੀ ਦੇ ਦਿਓ, ਅਸੀਂ ਉਹ ਨਿਭਾਵਾਂਗੇ। ਉਹਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਅਤੇ ਪਬਲਿਕ ਨੂੰ ਵੀ ਇਹੀ ਬੇਨਤੀ ਹੈ ਕਿ ਰਲ ਮਿਲ ਕੇ ਇਸ ਚੀਜ਼ ਨੂੰ ਜੇ ਅਸੀਂ ਥੰਮ ਪਾਉਣਾ, ਉਹਦਾ ਇੱਕੋ ਹੋ ਸਕਦਾ। ਨਾਲੇ ਤਾਂ ਹੁਣ ਜੇ ਆਪਾਂ ਕਹਿੰਦੇ ਹਾਂ ਵੀ ਇੱਕ ਮੁਹੱਲੇ ਦੇ ਵਿੱਚ 12 ਆਫਿਸਰ ਸਾਡੇ ਵਿਚਾਰੇ ਸਵੇਰ ਤੋਂ ਸ਼ਾਮ ਤੱਕ, ਰਾਤ ਤੱਕ ਉਹ ਬੈਠੇ ਹੈ, ਨਾਲੇ ਤਾਂ ਉਹ ਮੈਂਟਲੀ ਕਿੰਨੇ ਜ਼ਿਆਦਾ ਸਟਰੈਸ 'ਚ ਜਾ ਰਹੇ ਹੈ, ਅਤੇ ਪਬਲਿਕ ਵੀ ਅਸਿਸਟੈਂਸ ਦੇਵੇ। ਇਹਦੇ ਵਿੱਚ MLAs, ਕਾਉਂਸਲਰਸ, MPs ਜਿਵੇਂ ਇਲੈਕਸ਼ਨਾਂ ਟਾਈਮ ਬਾਹਰ ਨਿਕਲਦੇ ਨੇ, ਹੁਣ ਉਹਨਾਂ ਨੂੰ ਵਾਕਿਆ ਦੇ ਵਿੱਚ ਲੀਡਰ ਬਣਨ ਦੀ ਲੋੜ ਹੈ। ਹੁਣ ਉਹਨਾਂ ਨੂੰ ਵਾਕਿਆ ਦੇ ਵਿੱਚ ਮੁਹੱਲੇ ਵਾਲਿਆਂ ਨੂੰ ਐਟਲੀਸਟ ਮੋਟੀਵੇਟ ਕਰਨ, ਆਪਣੇ ਪੇਜਸ ਤੋਂ ਲਾਈਵ ਪਾ ਕੇ, ਚਾਹੇ ਉਹਨਾਂ ਦੇ, ਵੈਸੇ ਤਾਂ ਇਹ ਚੀਜ਼ ਜਿਹੜੀ ਹਵਾ ਦੇ ਵਿੱਚ ਨਹੀਂ ਆ, ਉਹਨਾਂ ਦਾ ਫਰਜ਼ ਬਣਦਾ ਕਿ ਜਿਵੇਂ ਵੋਟਾਂ ਲੈਣ ਲਈ ਆਉਂਦੇ, ਹੁਣ ਟਰੂ ਲੀਡਰਸ਼ਿਪ ਦਾ ਟਾਈਮ ਹੈ, ਤੁਸੀਂ ਉਹਨਾਂ ਆਪਣੇ ਇਲਾਕਿਆਂ 'ਚ ਜਾਓ, ਕਾਉਂਸਲਰ ਨੂੰ ਨਾਲ ਲੈ ਕੇ ਉਹਨਾਂ ਮੁਹੱਲਿਆਂ 'ਚ ਜਾਓ, ਉਹਨਾਂ ਨੂੰ ਰਿਕੁਐਸਟ ਕਰੋ, ਉਹਨਾਂ ਨੂੰ ਇੱਕ ਯਕੀਨ ਦਿਵਾਓ, ਤਾਂ ਕਿ ਉਹ ਜਿਹੜੇ ਲੋਕ ਢਾਏ ਬੈਠੇ ਆ ਉਹਨਾਂ ਨੂੰ ਇੱਕ ਮੋਟੀਵੇਟ ਕਰੋ ਕਿ ਘਬਰਾਓ ਨਾ, ਅਸੀਂ ਤੁਹਾਡੇ ਨਾਲ ਹਾਂ। ਅਤੇ ਸਭ ਤੋਂ ਵੱਡੀ ਚੀਜ਼ ਇੱਕ ਬਹੁਤ ਜੋ ਅਸੀਂ ਕਹਿਣੀ ਚਾਹਾਂਗੇ ਕਿ ਹਰ ਕੰਟਰੀ ਦੇ ਵਿੱਚ ਕੋਈ ਨਾ ਕੋਈ ਪੈਕੇਜਸ ਜਿਹੜੇ ਆ ਦਿੱਤੇ ਗਏ ਹੈ, ਘਰ ਬੈਠੇ ਲੋਕਾਂ ਦੀਆਂ ਉਹਨਾਂ ਨੇ ਕਿਸ਼ਤਾਂ ਮਾफ़ ਕਰਤੀਆਂ, ਮੌਰਟਗੇਜ ਮਾफ़ ਕਰਤੇ, ਟੈਕਸ ਮਾफ़ ਕਰਤੇ, ਅਤੇ ਇੱਥੋਂ ਤੱਕ ਕਿ ਜਿਵੇਂ ਪਿਛਲੀ ਵਾਰ ਵੀ ਆਪਾਂ ਕਿਹਾ ਸੀ ਕਿ ਕੈਨੇਡੀਅਨ ਗਵਰਨਮੈਂਟ ਨੇ ਤਾਂ ਜਿਹੜੇ ਸਟੂਡੈਂਟਸ ਵੀ ਉੱਥੇ ਗਏ ਹੋਏ ਨੇ ਉਹਨਾਂ ਨੂੰ ਵੀ ਉਹ ਪੈਸੇ ਦੇ ਰਹੇ ਆ, ਤਾਂ ਕਿ ਉਹ ਕਹਦੇ ਵੀ ਪੁੱਤ ਤੁਸੀਂ ਬਾਹਰ ਨਾ ਨਿਕਲੋ, ਠੀਕ ਹੈ, ਜਿਹੜਾ ਰਾਸ਼ਨ ਹੈ ਤੁਹਾਡੇ ਕੋਲ ਘਰੇ ਆ ਜੂ, ਅਤੇ ਜੇ ਪੈਸੇ ਕਮਾਉਣ ਲਈ ਤੁਸੀਂ ਬਾਹਰ ਜਾਣਾ, ਜਿਵੇਂ ਤੁਸੀਂ ਦਿਹਾੜੀਆਂ ਕਰਦੇ ਹੋ, ਤਾਂ ਅਸੀਂ ਤੁਹਾਨੂੰ ਵਧੀਆ ਰੋਟੀ ਜੋਗਾ ਦੇ ਦਿੰਦੇ ਹਾਂ, ਪੈਸੇ ਵੀ ਅਸੀਂ ਦਿੰਦੇ ਹਾਂ, ਰੋਟੀ ਵੀ ਘਰ ਤੱਕ ਆ ਜੂਗੀ। ਸੋ ਸਾਡੇ ਕੰਟਰੀ ਨੂੰ ਵੀ ਇਹ ਚਾਹੀਦਾ, ਬਜਾਏ ਕਿ ਹਰ ਹਫ਼ਤੇ 10 ਦਿਨਾਂ ਬਾਅਦ ਇਹ ਕਹਿ ਦੇਣ ਦੇ ਕਿ ਤਾਲੀ ਵਜਾਓ, ਫਲਾਣੀ ਵਜਾਓ। ਕਈ ਲੋਕ ਬੁਰਾ ਵੀ ਮਨਾਉਂਦੇ ਇਸ ਗੱਲ ਦਾ। ਦੋਸਤੋ, ਤੁਹਾਡੇ ਟੈਕਸ, ਸਾਡੇ ਸਾਰਿਆਂ ਦੇ ਟੈਕਸ, ਸਾਰਿਆਂ ਦੇ, ਈਵਨ ਆਫੀਸ਼ੀਅਲਸ ਦੀਆਂ ਵੀ ਤਨਖਾਹਾਂ ਕੱਟੀਆਂ ਜਾਂਦੀਆਂ ਹੁੰਦੀਆਂ ਨੇ, ਠੀਕ ਹੈ। ਅਤੇ ਹੁਣ ਗਵਰਨਮੈਂਟ ਨੂੰ ਟਾਈਮ ਹੈ ਕਿ ਉਹ ਟੈਕਸਿਸ ਦਾ ਪੈਸਾ ਯੂਜ਼ ਕਰਨ। ਹੁਣ ਗਵਰਨਮੈਂਟਸ ਨੂੰ ਚਾਹੀਦਾ ਹੈ ਕਿ ਜੇ ਉਹ ਕਹਿੰਦੇ ਹੈ ਵੀ ਭਾਈ ਅਸੀਂ ਜੁੰਮਾ ਲੈਂਦੇ, ਇੰਨੇ ਸਾਲ ਨੇਸ਼ਨ ਨੇ ਸਰਵ ਕੀਤਾ, ਇੰਨੇ ਸਾਲ ਟੈਕਸ ਦੇ ਦੇ ਕੇ ਅੱਜ ਕੰਟਰੀ ਨੂੰ ਕਿੱਥੇ ਤੱਕ ਲੈ ਗਏ, ਇਹਨਾਂ 73 ਸਾਲਾਂ 70 ਸਾਲਾਂ ਦੇ ਵਿੱਚ ਅੱਜ ਅਸੀਂ ਲੋਕ ਆਸ ਕਰਦੇ ਹਾਂ, ਅਸੀਂ ਤੱਕਦੇ ਹਾਂ ਤੁਹਾਨੂੰ, ਅਸੀਂ ਚਾਹੁੰਦੇ ਹਾਂ ਕਿ ਸਾਡੇ ਇੰਨੇ ਸਾਲਾਂ ਦਾ, ਇੰਨੀਆਂ ਪੁਸ਼ਤਾਂ ਦਾ ਜੋ ਅਸੀਂ ਟੈਕਸ ਦਿੱਤਾ, ਐਟਲੀਸਟ ਤੁਸੀਂ ਸਾਨੂੰ ਨਾ ਦਿਓ, ਪਰ ਜਿਹੜੇ ਉਹ ਗਰੀਬ ਨੇ ਜਿਨ੍ਹਾਂ ਦੀਆਂ ਦਿਹਾੜੀਆਂ ਨਹੀਂ ਹੋ ਰਹੀਆਂ ਅਤੇ ਭੁੱਖੇ ਮਰ ਰਹੇ ਹੈ, ਐਟਲੀਸਟ ਉਹਨਾਂ ਤੱਕ ਉਹ ਰਾਸ਼ਨ ਹੈ ਜਿਹੜਾ, ਜਾਂ ਉਹਨਾਂ ਤੱਕ ਉਹ ਪੈਸਾ ਰਾਸ਼ਨ ਦੇ ਰੂਪ ਦੇ ਵਿੱਚ ਹੀ ਤੁਸੀਂ ਦੇ ਦਿਓ। ਸੋ ਇਹ ਹੈ ਤਾਂ ਕਿ ਨਾ ਗਰੀਬ ਬੰਦਾ ਸਾਡੇ ਕੰਟਰੀ ਦਾ ਮਰੇ, ਨਾ ਇੱਥੇ ਹੈ ਛੋਟਾ ਦੁਕਾਨਦਾਰ ਮਰੇ, ਨਾ ਵੱਡਾ ਦੁਕਾਨਦਾਰ ਇੱਥੇ ਲੋਕਾਂ ਨੂੰ ਮੋੜੇ, ਅਤੇ ਨਾ ਲੋਕ ਸੜਕਾਂ 'ਤੇ ਨਿਕਲਣ, ਅਤੇ ਨਾ ਸਾਡੇ ਅਫਸਰ ਇੰਨਾ ਮੈਂਟਲ ਅਤੇ ਫਿਜ਼ੀਕਲ ਜਿਹੜਾ ਕਸ਼ਟ ਭੋਗਣ। ਸੋ ਇਹਦੇ ਵਿੱਚ ਐਂਡ ਬਹੁਤ ਦੁੱਖ ਦੀ ਗੱਲ ਇਹ ਹੈ ਵੀ ਕੁਛ ਮੀਡੀਆ ਚੈਨਲਸ ਨੇ ਜਿਹੜੇ ਉਹ ਕਰੋਨਾ ਦੇ ਵਿੱਚ ਵੀ ਇਸ ਨਾਮੁਰਾਦ ਬਿਮਾਰੀ ਦੇ ਵਿੱਚ ਵੀ ਜਾਤੀਵਾਦ ਦੀਆਂ ਗੱਲਾਂ ਕਰਦੇ ਆ, ਅਤੇ ਬੜਾ ਦੁੱਖ ਹੁੰਦਾ ਜਦੋਂ ਸਾਡੇ ਆਪਣੇ ਹੀ ਲੋਕਾਂ ਦੀਆਂ ਵਾਲਸ 'ਤੇ ਅਸੀਂ ਕਈ ਕਮਿਊਨਿਟੀਜ਼ ਦੇ ਅਗੇਂਸਟ ਗੱਲਾਂ ਸੁਣਦੇ ਵੀ ਆਹ ਵੀ ਯਾਰ ਕੋਈ ਵਕਤ ਹੈ ਇਹ ਗੱਲਾਂ ਕਰਨ ਦਾ, ਸਮਝ ਨਹੀਂ ਆਉਂਦੀ ਹੈ ਨਾ ਵੀ ਕੀ ਸੋਚ ਕੇ ਇਹ ਕੰਟਰੀ ਨੂੰ ਬਣਾਇਆ ਗਿਆ ਸੀ ਉਹਨਾਂ ਫਰੀਡਮ ਫਾਈਟਰਸ ਵੱਲੋਂ, ਅਤੇ ਇਹ ਚੀਜ਼ਾਂ ਦਾ ਕਰੀਏ ਰਾਦਰ ਐਸੇ ਮੀਡੀਆ ਚੈਨਲਸ 'ਤੇ ਬਹੁਤ ਸਟ੍ਰਿਕਟ ਐਕਸ਼ਨਸ ਲੈਣ ਜਿਹੜੇ ਲੋਕ ਹੇਟਰਡ ਫੈਲਾ ਰਹੇ ਹੈ,
ਲੋਕ ਘਰੇ ਪਹਿਲਾਂ ਫਰਸਟ੍ਰੇਟ ਬੈਠੇ ਆ, ਤੁਸੀਂ ਇੱਕ ਦੂਜੇ ਦੇ ਖਿਲਾਫ ਜਿਹੜੀ ਹੈਗੀ ਆ ਉਹਨਾਂ ਦੇ ਧਰਮਾਂ ਕੌਮਾਂ ਦੇ ਖਿਲਾਫ ਕਿਉਂ ਯਾਰ? ਕੌਣ ਦੁਨੀਆ ਕਿੱਥੇ ਪਹੁੰਚ ਗਈ ਤੇ ਅਸੀਂ ਲੋਕ ਕੀ ਗੱਲਾਂ ਇਹ ਕਰਦੇ ਪਏ ਆ? ਸੋ ਸਾਡੀ ਬੇਨਤੀ ਹੈ ਸਾਰਿਆਂ ਨੂੰ, ਇਸ ਟਾਈਮ ਸਾਡੇ ਲੀਡਰਸ ਨੂੰ ਚਾਹੀਦਾ ਹੈ ਕਿ ਉਹ ਅੱਗੇ ਆ ਕੇ ਕਮਾਂਡ ਸੰਭਾਲਣ। ਲੋਕਾਂ ਨੂੰ ਇਸ ਟਾਈਮ ਜ਼ਰੂਰਤ ਹੈ ਕਿ ਉਹਨਾਂ ਨੂੰ ਆਸ਼ਵਾਸਨ ਦਿੱਤਾ ਜਾਵੇ, ਨਾ ਕਿ ਇਹ ਕਿਹਾ ਜਾਵੇ ਕਿ ਇੱਕ ਹਫ਼ਤੇ ਤਾੜੀ ਵਜਾ ਲਓ, ਅਗਲੇ ਹਫ਼ਤੇ ਮੋਮਬੱਤੀ ਜਗਾ ਲਓ ਅਤੇ ਤੀਜੇ ਹਫ਼ਤੇ ਸਾਡੇ ਖਾਤੇ 'ਚ ਪੈਸਾ ਪਾ ਦਿਓ। ਸਰ ਅਸੀਂ ਇੰਨੇ ਸਾਲ ਪੈਸਾ ਪਾਉਂਦੇ ਰਹੇ ਹਾਂ ਜੀ, ਸਾਡੀਆਂ ਪੁਸ਼ਤਾਂ ਲੰਘ ਗਈਆਂ ਤੁਹਾਨੂੰ ਟੈਕਸ ਦਿੰਦਿਆਂ ਨੂੰ, ਅਤੇ ਅਸੀਂ ਜੇ ਅੱਜ ਵੀ ਤੁਹਾਨੂੰ ਪੈਸੇ ਦੇਣੇ ਹੈ ਜਦ ਕਿ ਸਾਡੀਆਂ ਜੇਬਾਂ ਖਾਲੀ ਹੈ, ਠੀਕ ਹੈ ਨਾ। ਅਸੀਂ ਤਾਂ ਸਿਰਫ ਇਹ ਕਹਿੰਦੇ ਹਾਂ ਜਿਹੜਾ ਹੁਣ ਤੱਕ ਅਸੀਂ ਇੰਨਾ ਟੈਕਸ ਦਿੱਤਾ ਹੈ ਉਹਦੇ ਨਾਲ ਘੱਟੋ ਘੱਟ ਸਾਡੇ ਨੇਸ਼ਨ ਦੇ ਗਰੀਬਾਂ ਦੇ ਤੁਸੀਂ ਢਿੱਡ ਭਰ ਦਿਓ, ਰਾਸ਼ਨ ਦੇ ਰੂਪ 'ਚ, ਕੈਸ਼ ਵੀ ਨਾ ਦਿਓ ਉਹਨਾਂ ਨੂੰ, ਪੈਸਾ ਵੀ ਨਾ ਦਿਓ। ਡਾਕਟਰ ਸਾਡੇ ਰੋ ਰਹੇ ਨੇ, ਉਹਨਾਂ ਨੂੰ ਕਿਟਸ ਨਹੀਂ ਜਿਹੜੀਆਂ ਪ੍ਰੋਵਾਈਡ ਹੋ ਰਹੀਆਂ। ਆਫਿਸਰ ਵਿਚਾਰੇ ਰੋਡ 'ਤੇ ਖੜ੍ਹੇ ਜਿਹੜੇ ਕਹਿ ਲਓ ਕਈ ਤਾਂ ਜਿਹੜੇ ਕਹਿ ਲਓ ਵੀ ਉਹਨਾਂ ਵਿਚਾਰਿਆਂ ਦੀ ਡੈਥ ਵੀ ਹੋ ਗਈ ਹੈ। ਅਤੇ ਸੋ ਇਹ ਕਿਤੇ ਨਾ ਕਿਤੇ ਸਾਡੇ ਇਸ ਕਰਫਿਊ ਆਫ ਵਾਰ ਦੇ ਵਿੱਚ ਜਿਹੜੀ ਹੈਗੀ ਹੈ ਉਹ ਮਿਸਿੰਗ ਲਿੰਕਸ ਹੈ, ਐਂਡ ਉਹ ਪੂਰੇ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਨਾ, ਤਾਂ ਕਿ ਕੋਈ ਵੀ ਇਹ ਚੀਜ਼ ਜਿਹੜੀ ਹੈ ਇਹ ਇੱਕ ਸਾਥ ਇੱਕ ਦੂਜੇ ਨੂੰ ਮੈਂਟਲੀ ਅਵੇਅਰ ਕਰਕੇ। ਹੁਣ ਬਸਤੀਆਂ ਝੁੱਗੀਆਂ ਵਾਲਿਆਂ ਨੂੰ ਆਹੀ ਨਹੀਂ ਪਤਾ ਕਰੋਨਾ ਕੀ ਹੈ, ਉਹ ਵਿਚਾਰੇ ਹੈਰਾਨ ਹੈ, ਉਹ ਪਾਗਲ ਹੋਏ ਫਿਰ ਰਹੇ ਹੈ ਕਿ ਇਹ ਯਾਰ ਆ ਕੀ ਗਿਆ, ਇਹ ਕੀ ਚੀਜ਼ ਹੈ, ਕਿਉਂ ਕਦੋਂ ਦਿਹਾੜੀਆਂ ਸਾਨੂੰ ਖੁੱਲ੍ਹਣਗੀਆਂ, ਹੈ ਨਾ। ਉਹਨਾਂ ਨੂੰ ਅਵੇਅਰਨੈਸ ਕੋਈ ਨਹੀਂ। ਕਿਸੇ ਬਸਤੀ ਦੇ ਵਿੱਚ ਜਾ ਕੇ, ਹੈ ਨਾ, ਤੁਹਾਡੇ 'ਚੋਂ ਕੋਈ ਜਾਣਾ ਸਾਡੇ ਨਾਲ ਬੇਸ਼ੱਕ ਚੱਲ ਪਵੇ, ਤੁਸੀਂ ਆਹ ਦੇਖੋਗੇ ਉਹਨਾਂ ਵਿਚਾਰਿਆਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ। ਸੋਸ਼ਲ ਡਿਸਟੈਂਸਿੰਗ ਤਾਂ ਛੱਡੋ, ਉਹਨਾਂ ਨੂੰ ਆਹ ਨਹੀਂ ਪਤਾ ਵੀ ਇਹ ਪੈਂਡੈਮਿਕ ਕੀ ਹੈ, ਕਰੋਨਾ ਕੀ ਹੈ, ਕਿਵੇਂ ਹੁੰਦਾ। ਸੋ ਇਹ ਮਿਸਿੰਗ ਲਿੰਕਸ ਜਿਹੜੀਆਂ ਸਾਡੀਆਂ ਬਹੁਤ ਸਾਲ ਅਸੀਂ ਕਈ ਗਲਤੀਆਂ ਕੀਤੀਆਂ ਨੇ, ਬਹੁਤ ਸਾਲ ਅਸੀਂ ਲੀਨੀਅੰਟ ਰਹੇ ਹਾਂ, ਬਟ ਇਸ ਚੀਜ਼ ਦੇ ਵਿੱਚ ਨਾ ਰਹੀਏ। ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਮਰੀਕਾ ਦੇ ਵਿੱਚ ਜਦੋਂ ਵੈਕਸੀਨੇਸ਼ਨ ਲਈ ਹੁਣ ਉਹਨਾਂ ਨੇ ਇੱਕ ਜਗ੍ਹਾ 'ਤੇ ਲੋਕਾਂ ਨੂੰ ਬੁਲਾਇਆ ਅਤੇ ਉੱਥੇ ਇਸ ਸਾਹਮਣੇ ਆਇਆ ਕਿ ਜਿਹੜੇ ਕੇਸਿਸ ਉਹਨਾਂ ਨੇ ਆਪਣੇ ਡਾਟਾ ਦੇ ਵਿੱਚ ਉਹ ਕੰਸੀਡਰ ਕਰ ਰਹੇ ਸੀਗੇ ਕਰੋਨਾ ਦੇ, ਉਸ ਤੋਂ ਕਿਤੇ ਜ਼ਿਆਦਾ ਬਿਯੋਂਡ ਜਿਹੜੇ ਹੈ ਕੇਸਿਸ ਉਹ ਸੀ ਜਿਹੜੇ ਘਰਾਂ ਦੇ ਵਿੱਚ। ਕਿਉਂਕਿ ਇਹਦੇ ਵੀ ਕਈ ਰੂਪ ਸਾਹਮਣੇ ਆ ਰਹੇ ਆ ਕਰੋਨਾ ਦੇ ਵੀ, ਹੈ ਨਾ। ਕਈਆਂ ਦਾ ਤਾਂ ਐਂਡ ਸਟੇਜ 'ਤੇ ਹੀ ਪਤਾ ਚੱਲਦਾ। ਅਤੇ ਸੋ ਇਹਨਾਂ ਸਾਰੀਆਂ ਚੀਜ਼ਾਂ 'ਤੇ ਗੌਰ ਕਰੀਏ। ਪਲੱਸ ਲੋਕਾਂ ਦੀ ਇਸ ਵਕਤ ਲੋਕਾਂ ਨੂੰ ਇਹ ਜ਼ਰੂਰਤ ਹੈਗੀ ਹੈ, ਉਹਨਾਂ ਨੂੰ ਤੁਸੀਂ ਮੋਟੀਵੇਟ ਕਰੋ, ਉਹਨਾਂ ਨੂੰ ਆਸ਼ਵਾਸਨ ਦਿਓ ਕਿ ਅਸੀਂ ਤੁਹਾਡੇ ਨਾਲ ਹਾਂ, ਅਸੀਂ ਸਾਰੇ ਲੀਡਰ ਤੁਹਾਡੇ ਨਾਲ। ਸਹਿਮੇ ਪਏ ਆ ਲੋਕ, ਡਰੇ ਪਏ ਆ ਲੋਕ, ਉਹਨਾਂ ਨੂੰ ਤੁਸੀਂ ਸਾਰੇ ਜਾਣੇ ਇਸ ਚੀਜ਼ ਦਾ ਆਸ਼ਵਾਸਨ ਦਿਓ ਕਿ ਪਰਵਾਹ ਨਾ ਕਰੋ ਯਾਰ, ਤੁਹਾਡੇ ਆਪਾਂ ਸਾਰੇ ਇੱਕ ਹਾਂ, ਤੁਸੀਂ ਸਾਨੂੰ ਜੇ ਬਣਾਇਆ ਅਸੀਂ ਸਾਰੇ ਇੱਕ ਹਾਂ, ਅਤੇ ਹੁਣ ਸਾਡਾ ਫਰਜ਼ ਹੈ। ਸੋ ਲੀਡਰਸ ਕਿਸੇ ਵੀ ਪਾਰਟੀ ਦੇ ਹੋਣ, ਸਾਡੀ ਬੇਨਤੀ ਹੈ ਉਹ ਲੋਕਾਂ ਨੂੰ ਇੱਕ ਐਟਲੀਸਟ ਹੌਸਲਾ ਦੇਣ, ਉਹਨਾਂ ਨੂੰ ਹੌਸਲਾ ਦੇਣ, ਬਜਾਏ ਕਿ ਆਹ ਕਹਿਣ ਦੇ ਕਿ ਭਾਈ ਲੋਕੋ ਤੁਸੀਂ ਮਾਂਜੇ ਪਹਿਲਾਂ ਪਏ ਹੋ ਅਤੇ ਹੁਣ ਸਾਨੂੰ ਡੋਨੇਟ ਕਰੋ। ਬਹੁਤ ਡੋਨੇਸ਼ਨ ਟੈਕਸਿਸ ਦੇ ਰੂਪ 'ਚ ਦੇਤੀਆਂ ਨੇ ਸਰ। ਹੁਣ ਸਿਰਫ ਇਹ ਹੈ ਵੀ ਅਸੀਂ ਲੋਕ, ਜਿਹੜੀ ਸਾਡੀ ਆਵਾਮ ਹੈ, ਉਹ ਤੁਹਾਡੇ ਤੋਂ ਐਕਸਪੈਕਟ ਕਰਦੀ ਹੈ ਕਿ ਹੁਣ ਤੁਸੀਂ ਕੀ ਦੇ ਰਹੇ ਹੋ, ਹੈ ਨਾ। ਵੀ ਐਟਲੀਸਟ ਤੁਸੀਂ ਉਹਨਾਂ ਗਰੀਬਾਂ ਨੂੰ ਦੇ ਦਿਓ। ਜੇ ਇੱਕ ਹੋਰ ਗੱਲ, ਇਕੱਲੇ ਉਹ ਗਰੀਬ ਜਾਂ ਉਹ ਬਸਤੀਆਂ ਵਾਲੇ ਨਹੀਂ ਮਰ ਰਹੇ, ਛੋਟੇ ਕਿਸਾਨ ਹੋ ਗਏ, ਛੋਟੇ ਦੁਕਾਨਦਾਰ ਹੋ ਗਏ, ਛੋਟੇ ਇੰਡਸਟਰੀਅਲਿਸਟ ਹੋ ਗਏ, ਉਹ ਵੀ ਬਹੁਤ ਸਫਰ ਕਰ ਰਹੇ ਹੈ। ਗਰੀਬ ਬੰਦੇ ਦੀ ਝੁੱਗੀ, ਉਹ ਕੁਟੀਆ ਦੇਖ ਕੇ ਤਾਂ ਉਸਨੂੰ ਰਾਸ਼ਨ ਸਾਰੇ ਦੇਣ ਚਲੇ ਜਾਂਦੇ ਹੈ, NGOs ਵੀ ਚਲੇ ਜਾਂਦੇ ਹੈ, ਬਟ ਇੱਕ ਛੋਟੇ ਘਰ ਵਾਲਾ, ਇੱਕ ਛੋਟਾ ਦੁਕਾਨਦਾਰ, ਇੱਕ ਛੋਟਾ ਕਿਸਾਨ, ਉਹਦੇ ਕੋਲ ਕੋਈ ਵੀ ਨਹੀਂ ਜਾ ਰਿਹਾ, ਕਿਉਂਕਿ ਹਰੇਕ ਨੂੰ ਲੱਗਦਾ ਇਹਨੂੰ ਜ਼ਰੂਰਤ ਨਹੀਂ ਹੋਊਗੀ, ਜਦ ਕਿ ਉਹ ਵੀ ਬਹੁਤ ਇਸ ਟਾਈਮ ਖਸਤਾ ਹਾਲਤ ਦੇ ਵਿੱਚ ਹੈ। ਸੋ ਸਾਡੀ ਬੇਨਤੀ ਹੈ, ਅਸੀਂ ਬਾਰ-ਬਾਰ ਇਹ ਚੀਜ਼ ਤਾਂ ਦੁਹਰਾਉਂਦੇ ਹਾਂ ਤਾਂ ਕਿ ਕਿਸੇ ਦੀ ਮਿਹਨਤ ਵੀ ਜ਼ਾਇਆ ਨਾ ਹੋਵੇ। ਅਤੇ ਪਲੀਜ਼ ਲੀਡਰਸ ਨੂੰ ਇੱਕ ਬੇਨਤੀ ਹੈ, ਆਪਣੇ ਇਲਾਕੇ ਦੇ ਲੋਕਾਂ ਨੂੰ, ਤੁਹਾਡੇ ਇਲਾਕਿਆਂ 'ਚ ਪੈਂਦੀਆਂ ਉਹਨਾਂ ਬਸਤੀਆਂ ਨੂੰ ਅਵੇਅਰਨੈਸ ਦਿਓ ਅਤੇ ਲੋਕਾਂ ਨੂੰ ਹੌਸਲਾ ਦਿਓ ਕਿ ਯਾਰ ਪਰਵਾਹ ਨਾ ਕਰੋ, ਅਸੀਂ ਤੁਹਾਡੇ ਨਾਲ ਹੈ, ਅਤੇ ਕਾਈਂਡਲੀ ਆਪਾਂ ਰਲ ਮਿਲ ਕੇ ਇੱਕ ਚੱਲੀਏ। ਜਿਵੇਂ ਤੁਹਾਨੂੰ ਦੱਸਿਆ ਵੀ ਉਹ ਮਾਰਕੀਟਸ, ਮੈਡੀਕਲ ਅਤੇ ਫੂਡ ਦੀਆਂ ਸੋਸ਼ਲ ਡਿਸਟੈਂਸਿੰਗ ਦੇ ਨਾਲ,
ਹੈ ਨਾ, ਇੱਕ ਮੈਨੇਜਮੈਂਟ ਦੇ ਨਾਲ, ਪ੍ਰੋਪਰ ਮੈਨੇਜਮੈਂਟ ਨਾਲ, ਤਾਂ ਕਿ ਹਰ ਬੰਦਾ ਖਾਣੇ ਤੱਕ ਜਾਂ ਖਾਣਾ ਹਰ ਬੰਦੇ ਤੱਕ ਪਹੁੰਚ ਸਕੇ, ਦਵਾਈ ਪਹੁੰਚ ਸਕੇ। ਅਤੇ ਦੂਜੀ ਚੀਜ਼ ਜਿਹੜੀ ਹੈਗੀ ਹੈ, ਹਾਈਵੇ 'ਤੇ ਕਰੋਨਾ ਤੁਰਿਆ ਨਹੀਂ ਜਾ ਰਿਹਾ। ਜਦੋਂ ਸਾਡੇ ਮੁਲਾਜ਼ਮ, ਸਾਡੇ ਪੁਲਿਸ ਦੇ ਉਹ ਆਫਿਸਰਸ, ਸਿੰਸੀਅਰ ਆਫਿਸਰਸ ਜਦੋਂ ਜਾਂਦੇ ਹੈ, ਉਸ ਤੋਂ ਬਾਅਦ ਜਿਹੜੇ ਲੋਕ ਨਿਕਲ ਕੇ ਇੱਕ ਦੂਜੇ ਦੇ ਨਾਲ ਆ ਰਹੇ ਹੈ, ਉਹ ਚੀਜ਼ ਲੋਕਾਂ ਨੂੰ ਵੀ ਚਾਹੀਦੀ ਹੈ ਕਿ ਇੰਨਾ ਕੁ ਥੋੜ੍ਹਾ ਜਿਹਾ ਖਿਆਲ ਰੱਖਣ। ਅਤੇ ਉਹਦੇ ਵਿੱਚ ਯੂਥ ਦੀ ਵੀ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ, ਸਾਡੇ ਲੀਡਰਸ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਯੂਥ ਨੂੰ ਇੱਕ ਵਾਰ ਸੱਦਾ ਦੇ ਕੇ ਦੇਖੋ। ਸਾਰੇ ਪੰਜਾਬ ਦਾ ਯੂਥ, 12 ਸਾਲ ਦਾ ਤਜਰਬਾ ਹੈ, ਇੰਨਾ ਕੁ ਕਹਿ ਸਕਦਾ ਕਿ ਤੁਹਾਡੇ ਨਾਲ ਹਰ ਜਗ੍ਹਾ ਖੜਨਗੇ। ਤੁਸੀਂ ਉਹਨਾਂ ਨੂੰ ਐਜ਼ ਅ ਵੋਲੰਟੀਅਰ, ਦਿਨ ਹੋਵੇ ਰਾਤ ਹੋਵੇ, ਉਹਨਾਂ ਦੀਆਂ ਚਾਹੇ ਡਿਊਟੀਆਂ ਲਾ ਕੇ ਵੀ, ਸੈਲਫ ਪੁਲਿਸਿੰਗ ਨਹੀਂ ਕਾਕਾ ਅਸੀਂ ਕਰਨੀ। ਆਪਾਂ ਸਿਰਫ ਜੇ 2-4 ਗਵਾਂਢੀ ਗਲੀ ਦੇ ਵਿੱਚ ਇਕੱਠੇ ਹੋਣ ਲੱਗਦੇ ਆ, ਉਹਨਾਂ ਨੂੰ ਪਿਆਰ ਨਾਲ ਕਹਿ ਦਿਓ ਵੀ ਅੰਕਲ ਪਲੀਜ਼ ਡਿਸਟੈਂਸ, ਹੈ ਨਾ, ਜਾਂ ਪਲੀਜ਼ ਤੁਸੀਂ ਘਰ ਦੇ ਅੰਦਰ ਖੜ੍ਹ ਕੇ ਇੱਕ ਦੂਜੇ ਨਾਲ ਗੱਲ ਕਰ ਲਓ। ਸੋ ਇਸ ਚੀਜ਼ ਦੇ ਵਿੱਚ ਸਾਰਿਆਂ ਦਾ ਸਾਥ ਹੋਵੇ, ਤਦ ਹੀ ਆਪਾਂ ਇਸ ਚੀਜ਼ ਨੂੰ ਫੇਸ ਕਰ ਸਕਦੇ ਹਾਂ। ਬਾਕੀ ਐਤਕੀ ਲਾਈਵ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੈਸੇਜਸ ਤਾਂ ਆ ਰਹੇ ਸੀਗੇ, ਜਵਾਬ ਨਹੀਂ ਦੇ ਪਾਇਆ। ਬਟ ਇਹ ਹੈ ਵੀ ਸਾਡੀ ਕੋਸ਼ਿਸ਼ ਹੈ, ਜਿੰਨਾ ਕੁ ਫੀਲਡ ਦੇ ਵਿੱਚ ਜਾ ਕੇ ਜੋ ਚੀਜ਼ਾਂ ਦੇਖਦੇ ਹਾਂ, ਅਸੀਂ ਸ਼ੇਅਰ ਤਾਂ ਕਰਦੇ ਹਾਂ ਕਿ ਸ਼ਾਇਦ ਉਹਦੇ 'ਚੋਂ ਇੱਕ ਪੁਆਇੰਟ ਵੀ ਜੇ ਹੈਲਪਫੁਲ ਲੱਗੇ ਜਾਂ ਹੈਲਪ ਕਰ ਸਕੇ ਤਾਂ ਉਹ ਬਹੁਤ ਇੱਕ ਯੋਗਦਾਨ ਹੋ ਤੁਹਾਡੇ। ਬਾਕੀ ਜੋ ਪ੍ਰੋਬਲਮਸ ਐਂਡ ਤੁਹਾਡੇ ਜੋ ਆਈਡੀਆਜ਼ ਹੈ, ਉਹ ਅਸੀਂ ਪਹੁੰਚਾ ਸਕੀਏ, ਜਿੰਨੇ ਤੱਕ ਵੀ ਪਹੁੰਚਾ ਸਕਦੇ ਹਾਂ, ਹੈ ਨਾ। ਐਂਡ ਮੀਡੀਆ ਵੀ ਆਪਣਾ ਰੋਲ ਬਹੁਤ ਵਧੀਆ ਨਿਭਾ ਰਿਹਾ ਅਵੇਅਰਨੈਸ ਦੇ ਕੇ। ਅਤੇ ਵੀ ਹੋਪ ਐਂਡ ਵੀ ਐਕਸਪੈਕਟ ਕਿ ਇਹ ਚੀਜ਼ ਨੂੰ ਅਸੀਂ ਜਲਦੀ, ਹੈ ਨਾ, ਸਾਡੇ ਸਮਾਜ ਤੋਂ ਖ਼ਤਮ ਕਰੀਏ ਇਸ ਕਰੋਨਾ ਨੂੰ, ਹੈ ਨਾ। ਪਰਮਾਤਮਾ ਮਿਹਰ ਕਰੇ ਸਾਰਿਆਂ 'ਤੇ, ਤੁਹਾਡੇ ਸਭ ਦੇ ਪਰਿਵਾਰਾਂ 'ਤੇ। ਖੁਸ਼ ਰਹੋ, ਤੰਦਰੁਸਤ ਰਹੋ, ਹੱਸਦੇ ਵਸਦੇ ਰਹੋ। ਪਰਮਾਤਮਾ ਮਿਹਰ ਕਰੇ ਇਸ ਨਗਰੀ, ਆਪਣੀ ਨਗਰੀ ਪੰਜਾਬ 'ਤੇ। ਸ਼ੁਕਰੀਆ ਜੀ।